मॉर्निंग स्टूडेंट बेटा जी आज ਅਸੀਂ ਕਰਾਂਗੇ ਲੈਸਨ ਨੰਬਰ 6 ਪਲੈਨਿੰਗ ਤੇ ਬੇਟਾ ਟੌਪਿਕ ਲਿਆ ਹੈ ਡੀਮੈਰਿਟ ਲਿਮਿਟੇਸ਼ਨ ਔਰ ਪਲੈਨਿੰਗ। ਸਭ ਤੋਂ ਪਹਿਲਾਂ ਬੇਟਾ ਅਸੀਂ ਤੁਹਾਨੂੰ ਪਲੈਨਿੰਗ ਬਾਰੇ ਦੱਸਿਆ ਸੀ ਕਿ ਪਲੈਨਿੰਗ ਕੀ ਹੈ, ਕਰਨ ਤੋਂ ਪਹਿਲਾਂ ਸੋਚਣਾ ਉਹਨੂੰ ਕਹਿੰਦੇ ਨੇ ਪਲੈਨਿੰਗ। ਕੋਈ ਵੀ ਕੰਮ ਹੈ ਉਹਨੂੰ ਕਰਨ ਤੋਂ ਪਹਿਲਾਂ, ਜਿਸ ਤਰ੍ਹਾਂ ਅਸੀਂ ਕੋਈ ਬਿਜ਼ਨਸ ਖੋਲ੍ਹਣਾ, ਠੀਕ ਹੈ, ਉਹਦੇ ਬਾਰੇ ਸੋਚਣਾ ਕਿ ਅਸੀਂ ਕਿਸ ਚੀਜ਼ ਦਾ ਬਿਜ਼ਨਸ ਖੋਲ੍ਹਣਾ ਹੈ, ਕਿਹੜੀ ਪਲੇਸ ਤੇ ਖੋਲ੍ਹਣਾ ਹੈ, ਇਸ ਬਿਜ਼ਨਸ ਵਾਸਤੇ ਕਿੰਨੀ ਸਾਨੂੰ ਜਿਹੜੀ ਹੈ ਅਮਾਊਂਟ ਚਾਹੀਦੀ ਹੈ, ਇਸ ਬਿਜ਼ਨਸ ਵਾਸਤੇ ਕਿੰਨਾ ਸਾਨੂੰ ਕੱਚਾ ਮਟੀਰੀਅਲ ਚਾਹੀਦਾ ਤੇ ਕਿੱਥੋਂ ਪ੍ਰਾਪਤ ਹੋਣਾ, ਸਾਰੀਆਂ ਚੀਜ਼ਾਂ ਬਾਰੇ ਸੋਚਣਾ ਜਿਹਨੂੰ ਅਸੀਂ ਕਹਿੰਦੇ ਆ ਪਲੈਨਿੰਗ। ਠੀਕ ਹੈ ਬੇਟਾ, ਪੜ੍ਹਦੇ ਹਾਂ। ਕਹਿੰਦੇ ਨੇ ਕਿ देयर इज़ नो डाउट that planning is a very important and beneficial factor for every organization। ਇਹਦੇ ਵਿੱਚ ਕਹਿੰਦੇ ਨੇ ਕਿ ਕੋਈ ਵੀ ਸ਼ੱਕ ਵਾਲੀ ਗੱਲ ਨਹੀਂ ਹੈਗੀ ਕਿ ਜਿਹੜੀ ਪਲੈਨਿੰਗ ਹੈ ਹਰ ਇੱਕ ਆਰਗੇਨਾਈਜੇਸ਼ਨ ਦੇ ਵਾਸਤੇ ਬਹੁਤ ਹੀ ਇੰਪੋਰਟੈਂਟ ਤੇ ਬੈਨੀਫੀਸ਼ੀਅਲ ਫੈਕਟ ਹੈ। ਠੀਕ ਹੈ, ਬਟ ਪਲੈਨਿੰਗ ਇਜ਼ ਏ ਕੰਪਲੈਕਸ ਪ੍ਰੋਸੈਸ। ਕਹਿੰਦੇ ਕਿ ਪਰ ਜਿਹੜੀ ਪਲੈਨਿੰਗ ਹੈ ਬਹੁਤ ਹੀ ਇੱਕ ਗੁੰਝਲਦਾਰ ਪ੍ਰੋਸੈਸ ਹੈ। ਗੁੰਝਲਦਾਰ ਪ੍ਰੋਸੈਸ ਕਿਸ ਤਰ੍ਹਾਂ ਹੈ, ਕਿਉਂਕਿ ਇਹਦੇ ਵਾਸਤੇ ਸਾਨੂੰ ਸੋਚਣਾ ਪੈਂਦਾ ਹੈ। ਠੀਕ ਹੈ, ਇਹ ਇਕੱਲੇ ਪਰਸਨ ਦੇ ਮਾਈਂਡ ਦੀ ਸੋਚ ਨੂੰ ਲੈ ਕੇ ਅਸੀਂ ਬਿਜ਼ਨਸ ਨਹੀਂ ਕਰ ਸਕਦੇ। ਅਸੀਂ ਇਹਦੇ ਵਾਸਤੇ ਬਹੁਤ ਸਾਰੀ ਪਲੈਨਿੰਗ ਕਰਦੇ ਹਾਂ, ਬਹੁਤ ਸਾਰੀ ਮੀਟਿੰਗਾਂ ਕਰਦੇ ਹਾਂ। ਇਹ ਸਾਰੀਆਂ ਚੀਜ਼ਾਂ ਵੱਖ-ਵੱਖ ਜਿਹੜੇ ਐਕਸਪਰਟ ਹੈਗੇ ਨੇ ਉਹਨਾਂ ਨਾਲ ਹੀ ਡਿਸਕਸ ਕਰਦੇ ਹਾਂ। ਠੀਕ ਹੈ, ਤੇ ਫਿਰ ਇੱਕ ਪਲੈਨਿੰਗ ਬਣਾਉਂਦੇ ਹਾਂ। ਠੀਕ ਹੈ, ਇਸ ਕਰਕੇ ਇਹਨੂੰ ਕੀ ਕਿਹਾ ਜਾਂਦਾ ਹੈ ਕਿ ਗੁੰਝਲਦਾਰ ਪ੍ਰੋਸੈਸ ਹੈ। It can also be said that planning is direct related to the process of thinking। ਕਹਿੰਦੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿਹੜੀ ਪਲੈਨਿੰਗ ਹੈ ਇਹਦਾ ਡਾਇਰੈਕਟ ਜਿਹੜਾ ਰਿਲੇਸ਼ਨ ਹੈ ਉਹ ਹੈਗਾ ਥਿੰਕਿੰਗ ਨਾਲ, ਕਿ ਇਹ ਇੱਕ ਦੀ ਥਿੰਕਿੰਗ ਨਾਲ ਨਹੀਂ ਬਲਕਿ ਸਾਰਿਆਂ ਦੀ ਥਿੰਕਿੰਗ ਨਾਲ ਜਿਹੜੇ ਕਿ ਉਸ ਬਿਜ਼ਨਸ ਵਿੱਚ ਇਨਵੋਲਵ ਨੇ। ਠੀਕ ਹੈ, and manager beings man of action do not benefit from it। ਕਹਿੰਦੇ ਕਿ ਜਿਹੜਾ ਮੈਨੇਜਰ ਆ ਮੈਨ ਆਫ ਐਕਸ਼ਨ ਹੈ, ਕਹਿੰਦਾ ਮਤਲਬ ਉਹਨੂੰ ਹੁਕਮ ਦਿੱਤਾ ਜਾਂਦਾ ਕਿ ਤੁਸੀਂ ਆਹ ਚੀਜ਼ ਕਰਨੀ ਹੈ, ਨਾ ਕਿ ਇਹ ਸੋਚਣ ਵਾਸਤੇ ਕਿਹਾ ਜਾਂਦਾ ਕਿ ਤੁਸੀਂ ਪਲੈਨਿੰਗ ਕਰਨੀ ਹੈ। ਠੀਕ ਹੈ, ਉਹ ਕੀ ਹੈ ਮੈਨ ਆਫ ਐਕਸ਼ਨ, ਤੇ ਉਹਦੇ ਵਾਸਤੇ ਪਲੈਨਿੰਗ ਦਾ ਕੋਈ ਮਹੱਤਵ ਨਹੀਂ ਹੈ। ਠੀਕ ਹੈ, देयर आर मैनी लिमिटेशन ऑफ प्लानिंग विच क्रिएट ऑब्स्टैकल्स इन वर्क ऑफ द ऑर्गेनाइजेशन विच आर डिस्क्राइब्ड एज फॉलो। ऑब्स्टैकल्स मतलब रुकावटां। ਕਹਿੰਦੇ ਨੇ ਕਿ ਜੇ ਬਿਜ਼ਨਸ ਨੂੰ ਕਰਨ ਵਾਸਤੇ ਅਸੀਂ ਜੋ ਪਲੈਨਿੰਗ ਕਰਦੇ ਆ ਨਾ ਉਸ ਪਲੈਨਿੰਗ ਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਆਉਂਦੀਆਂ ਨੇ ਜਿਨ੍ਹਾਂ ਦਾ ਵਰਣਨ ਅਸੀਂ ਇਸ ਤਰ੍ਹਾਂ ਕਰਦੇ ਹਾਂ। ਸਭ ਤੋਂ ਪਹਿਲਾਂ ਹੈ ਨੰਬਰ 1 ਲੈਕ ਆਫ ਰਿਲਾਈਏਬਲ ਡਾਟਾ। ਹੁਣ ਪਲੈਨਿੰਗ ਦੇ ਵਿੱਚ ਸਭ ਤੋਂ ਪਹਿਲਾਂ ਵੱਡੀ ਪ੍ਰੋਬਲਮ ਕੀ ਆਉਂਦੀ ਹੈ ਕਿ ਸਾਡੇ ਕੋਲ ਰਿਲਾਏਬਲ ਡਾਟਾ ਨਹੀਂ ਹੁੰਦਾ। ਠੀਕ ਹੈ, ਇਸ ਡਾਟਾ ਨੂੰ ਤਿਆਰ ਕਰਨ ਦੇ ਵਾਸਤੇ ਸਾਨੂੰ ਬਹੁਤ ਸਾਰਾ ਮਿਹਨਤ ਕਰਨੀ ਪੈਂਦੀ ਹੈ, ਕਲੈਕਟ ਕਰਨਾ ਪੈਂਦਾ ਡਾਟਾ। ਠੀਕ ਹੈ, ਕਿਸ ਤਰ੍ਹਾਂ ਕਰਾਂਗੇ, ਇਟ ਇਜ਼ ਵੈਰੀ ਇੰਪੋਰਟੈਂਟ ਟੂ ਹੈਵ ਰਿਲਾਏਬਲ ਡਾਟਾ ਟੂ ਮੇਕ ਏ ਪ੍ਰੋਪਰ ਪਲਾਨ। ਕਹਿੰਦੇ ਕਿ ਕੋਈ ਵੀ ਅਸੀਂ ਪ੍ਰੋਪਰ ਪਲਾਨ ਬਣਾਉਣਾ ਤਾਂ ਉਹਦੇ ਵਾਸਤੇ ਰਿਲਾਏਬਲ ਡਾਟਾ ਹੋਣਾ ਚਾਹੀਦਾ। ਇਫ ਰਿਲਾਏਬਲ ਡਾਟਾ ਇਜ਼ ਨੋਟ ਅਵੇਲੇਬਲ ਇਟ ਇਜ਼ ਡਿਫਿਕਲਟ ਟੂ ਮੇਕ ਏ ਪ੍ਰੋਪਰ ਪਲਾਨ। ਜੇਕਰ ਸਾਡੇ ਕੋਲ ਡਾਟਾ ਹੀ ਅਵੇਲੇਬਲ ਨਹੀਂ ਹੈ ਤਾਂ ਅਸੀਂ ਇੱਕ ਪ੍ਰੋਪਰ ਪਲੈਨਿੰਗ ਨਹੀਂ ਕਰ ਸਕਦੇ। ਠੀਕ ਹੈ, ਹੁਣ ਸੈਕਿੰਡ ਪੁਆਇੰਟ ਹੈ ਵੇਸਟੇਜ ਆਫ ਟਾਈਮ। ਕਹਿੰਦੇ ਕਿ ਹੁਣ ਇਹਦੇ ਵਿੱਚ ਕਾਫੀ ਜ਼ਿਆਦਾ ਟਾਈਮ ਵੇਸਟ ਹੁੰਦਾ। ਠੀਕ ਹੈ, ਜਿਸ ਤਰ੍ਹਾਂ ਅਸੀਂ ਸੋਚਦੇ ਹਾਂ ਅਸੀਂ ਬਿਜ਼ਨਸ ਕਰਨ ਬਾਰੇ, ਠੀਕ ਹੈ, ਤਾਂ ਅਸੀਂ ਮੀਟਿੰਗ ਕਰਦੇ ਹਾਂ। ਹੁਣ ਮੀਟਿੰਗ ਕਈ ਮਤਲਬ ਕਾਫੀ ਦੇਰ ਤੱਕ ਚੱਲਦੀਆਂ ਰਹਿੰਦੀਆਂ। ਠੀਕ ਹੈ, ਹੋ ਸਕਦਾ 2 ਘੰਟੇ ਦੀ ਹੋਵੇ, 3 ਘੰਟੇ ਦੀ ਹੋਵੇ, 4 ਘੰਟੇ ਦੀ ਹੋਵੇ। ਇਹਨਾਂ ਮੀਟਿੰਗਾਂ ਤੋਂ ਇਲਾਵਾ ਜਦੋਂ ਅਸੀਂ ਸੋਚਦੇ ਕਿ ਹੁਣ ਇੱਕ ਪਲੈਨਿੰਗ ਬਾਰੇ ਸੋਚ ਲਿਆ ਤੇ ਇਹ ਗੱਲ ਗਲਤ ਹੈ। ਕਦੀ 2, 3, 4 ਘੰਟਿਆਂ ਦੇ ਬਾਅਦ ਵੀ ਅਸੀਂ ਡਿਸਾਈਡ ਨਹੀਂ ਕਰ ਸਕਦੇ ਕਿ ਸਾਡੇ ਬਿਜ਼ਨਸ ਵਾਸਤੇ ਇਹ ਜਿਹੜੀ ਪਲੈਨਿੰਗ ਵਧੀਆ ਹੋਏਗੀ। ਤੇ ਇਸ ਕਰਕੇ ਕੀ ਹੁੰਦਾ ਕਿ ਇਹਦੇ ਵਿੱਚ ਵੇਸਟੇਜ ਆਫ ਟਾਈਮ ਬਹੁਤ ਜ਼ਿਆਦਾ ਹੁੰਦਾ। ਜਿਸ ਤਰ੍ਹਾਂ ਕਿ ਲਿਖਿਆ ਹੈ, ਇਟ ਟੇਕ ਏ ਲੋਟ ਆਫ ਟਾਈਮ ਟੂ ਮੇਕ ਐਨੀ ਪਲਾਨ ਐਂਡ ਇੰਪਲੀਮੈਂਟ ਇਟ। ਕਹਿੰਦੇ ਕਿ ਪਲਾਨ ਨੂੰ ਬਣਾਉਣਾ ਤੇ ਉਹਨੂੰ ਲਾਗੂ ਕਰਨਾ ਬਹੁਤ ਜ਼ਿਆਦਾ ਇਹਦੇ ਵਿੱਚ ਟਾਈਮ ਵੇਸਟ ਹੁੰਦਾ ਹੈ। ਸਮ ਟਾਈਮ ਦਾ ਵਰਕ ਆਫ ਮੈਨੀ ਪ੍ਰੋਜੈਕਟਸ ਆਰ ਸਟਾਪਡ ਸਿੰਪਲੀ ਬਿਕੋਜ਼ ਏ ਪ੍ਰੋਪਰ ਪਲਾਨ ਇਜ਼ ਨੋਟ ਪ੍ਰਪੇਅਰਡ ਫॉर ਦਾ ਪ੍ਰੋਜੈਕਟਸ। ਕਹਿੰਦੇ ਕਿ ਕਦੀ ਇਹੋ ਜਿਹੇ ਪ੍ਰੋਜੈਕਟ ਹੁੰਦੇ ਨੇ ਜਿਨ੍ਹਾਂ ਨੂੰ ਤਿਆਰ ਕਰਨਾ ਤੇ ਉਹਦੇ ਵਾਸਤੇ ਪ੍ਰੋਪਰ ਪਲੈਨਿੰਗ ਨਹੀਂ ਹੁੰਦੀ, ਜਿਹਦੇ ਕਰਕੇ ਉੱਥੇ ਹੀ ਕੰਮ ਜਿਹੜਾ ਬੰਦ ਹੋ ਜਾਂਦਾ ਹੈ। ਠੀਕ ਹੈ, ਸੋ ਵੇਸਟਿੰਗ ਟਾਈਮ ਇਜ਼ ਵੈਰੀ ਹਾਰਮਫੁਲ ਟੂ ਦਾ ਆਰਗੇਨਾਈਜੇਸ਼ਨ। ਤਾਂ ਹੁਣ ਜਿਹੜਾ ਇਹ ਟਾਈਮ ਵੇਸਟ ਹੋਇਆ ਤੇ ਇਹ ਕੀ ਕਰਦਾ ਹੈ ਆਰਗੇਨਾਈਜੇਸ਼ਨ ਵਾਸਤੇ ਬਹੁਤ ਹੀ ਨੁਕਸਾਨਦੇਹ ਹੁੰਦੀ ਹੈ। ਠੀਕ ਹੈ, ਅੱਗੇ ਹੈਗਾ ਹਿਊਜ ਕੋਸਟ। ਹਿਊਜ ਕੋਸਟ ਮਤਲਬ ਕਾਫੀ ਜ਼ਿਆਦਾ ਕੋਸਟ ਲੱਗਦੀ ਹੈ ਇਹਦੇ ਵਿੱਚ। ਠੀਕ ਹੈ, ਪ੍ਰਪੇਅਰਿੰਗ ਏ ਪ੍ਰੋਪਰ ਪਲਾਨ। ਕਹਿੰਦੇ ਕਿ ਹੁਣ ਜਦੋਂ ਇੱਕ ਪ੍ਰੋਪਰ ਪਲਾਨ ਪ੍ਰੀਪੇਅਰ ਕਰਨਾ ਤੇ ਸਭ ਤੋਂ ਪਹਿਲਾਂ ਸਾਨੂੰ ਕੀ ਚਾਹੀਦਾ, ਕਲੈਕਟਿੰਗ ਡਾਟਾ ਐਂਡ ਐਨਾਲਾਈਜ਼ਿੰਗ ਦਾ ਡਾਟਾ ਇਜ਼ ਏ ਡਿਫਿਕਲਟ ਟਾਸਕ। ਹੁਣ ਸਭ ਤੋਂ ਪਹਿਲਾਂ ਡਾਟਾ ਕਲੈਕਟ ਕਰਾਂਗੇ
ਤੇ ਫਿਰ ਉਸ ਜਿਹੜਾ ਡਾਟਾ ਕਲੈਕਟ ਕੀਤਾ ਉਹਦਾ ਹੀ ਐਨਾਲਾਈਸਿਸ ਕਰਾਂਗੇ, ਠੀਕ ਹੈ। ਤੇ ਇਹ ਇੱਕ ਬਹੁਤ ਹੀ ਜ਼ਿਆਦਾ ਟਫ ਟਾਸਕ ਹੈਗਾ, ਠੀਕ ਹੈ। ਦੈਨ ਪਲੈਨਿੰਗ ਮੀਟਿੰਗ ਆਰ ਹੈਲਡ, ਫਿਰ ਕੀ ਕਰਾਂਗੇ, ਪਲੈਨਿੰਗ ਮੀਟਿੰਗ ਕਰਨੇ ਪੈਂਦੀਆਂ, ਫੋਰ ਵਿਚ ਐਕਸਪਰਟ ਆਰ ਨੀਡਿਡ, ਆਲ ਵਰਕ ਰਿਕਵਾਇਰਡ ਹੈਵੀ ਪਲੈਨਿੰਗ ਐਂਡ ਐਕਸਪੈਂਡੀਚਰ। ਫਿਰ ਇਹਦੇ ਵਾਸਤੇ ਹੁਣ ਮੀਟਿੰਗ ਕਰਨੀ ਹੈ, ਐਕਸਪਰਟ ਜਿਹੜੇ ਬੰਦੇ ਕਾਫੀ ਜਿਨ੍ਹਾਂ ਨੂੰ ਨੌਲੇਜ ਹੈ ਬਿਜ਼ਨਸ ਦੀ ਉਹ ਹਾਇਰ ਕਰਾਂਗੇ ਨਾ, ਤੇ ਇਸ ਚੀਜ਼ ਦੇ ਵਾਸਤੇ ਕਾਫੀ ਜ਼ਿਆਦਾ ਪੈਸਾ ਲੱਗਦਾ ਹੈ। ਨੰਬਰ 4 ਨੋਟ ਯੂਜ਼ ਇਨ ਡਾਇਨਾਮਿਕ ਇਨਵਾਇਰਮੈਂਟ। ਹੁਣ ਜਿਹੜਾ ਸਾਡਾ ਇਨਵਾਇਰਮੈਂਟ ਹੈ ਉਹ ਚੇਂਜ ਹੁੰਦਾ ਰਹਿੰਦਾ ਹੈ, ਤੇ ਜਿਹੜਾ ਕਹਿੰਦੇ ਪਲੈਨਿੰਗ ਹੈ ਇਸ ਚੇਂਜ ਹੋਣ ਵਾਲੇ ਇਨਵਾਇਰਮੈਂਟ ਵਾਸਤੇ ਯੂਜ਼ਫੁਲ ਨਹੀਂ ਹੈ। ਕਿਉਂ ਯੂਜ਼ਫੁਲ ਨਹੀਂ ਹੈ, ਤੇ ਛੋਟੀ ਜਿਹੀ ਐਗਜ਼ਾਮਪਲ ਦੇਵਾਂਗੇ। ਮੰਨ ਲਓ ਕਿ ਅਸੀਂ ਪਲੈਨਿੰਗ ਕੀਤੀ ਹੈ, ਸਾਡੇ ਪਲੈਨਿੰਗ ਦੇ ਅਕੋਰਡਿੰਗਲੀ ਅੱਜ ਕਿਤੇ ਮੀਟਿੰਗ ਹੈ, ਠੀਕ ਹੈ, ਬਿਜ਼ਨਸ ਮੀਟਿੰਗ ਹੈ, ਫਿਰ ਜ਼ਿਆਦਾ ਬਾਰਿਸ਼ ਆ ਰਹੀ ਹੈ, ਜਿਹਦੀ ਵਜ੍ਹਾ ਨਾਲ ਅਸੀਂ ਆਪਣੀ ਬਿਜ਼ਨਸ ਮੀਟਿੰਗ ਅਟੈਂਡ ਨਹੀਂ ਕਰ ਪਾ ਰਹੇ, ਕਿਉਂਕਿ ਇਹਦੇ ਵਿੱਚ ਜਿਹੜਾ ਐਟਮੋਸਫੇਅਰ ਚੇਂਜ ਹੋਇਆ, ਇਨਵਾਇਰਮੈਂਟ ਚੇਂਜ ਹੋਇਆ, ਉਹਦੇ ਕਰਕੇ ਸਾਡੀ ਜਿਹੜੀ ਪਲੈਨਿੰਗ ਹੈ ਉਹ ਸਕਸੈਸਫੁਲ ਨਹੀਂ ਹੋਈ। ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਪਲੈਨਿੰਗ ਅਜਿਹੇ ਵਾਤਾਵਰਨ ਵਿੱਚ ਜਾਂ ਇਨਵਾਇਰਮੈਂਟ ਵਾਸਤੇ ਯੂਜ਼ਫੁਲ ਨਹੀਂ ਹੈ, ਠੀਕ ਹੈ। Every organization work in such an environment in which some changes happen from time to time। ਹਾਂਜੀ, ਕਹਿੰਦੇ ਕਿ ਹਰ ਆਰਗੇਨਾਈਜੇਸ਼ਨ ਜਿਹੜੀ ਹੈ ਇੱਕ ਅਜਿਹੇ ਐਟਮੋਸਫੇਅਰ ਵਿੱਚ ਕੰਮ ਕਰਦੀ ਹੈ ਜਿਹਦੇ ਵਿੱਚ ਸਮੇਂ-ਸਮੇਂ ਨਾਲ ਕੁਝ ਤਬਦੀਲੀਆਂ ਹੁੰਦੀਆਂ ਰਹਿੰਦੀਆਂ, ਕੁਝ ਚੇਂਜਸ ਆਉਂਦੇ ਰਹਿੰਦੇ ਨੇ। Therefore the organization has adopted its operation according to their change। ਫਿਰ ਕੀ ਕਹਿੰਦੇ ਕਿ ਜਿਹੜੀ ਆਰਗੇਨਾਈਜੇਸ਼ਨ ਹੈ ਆਪਣੀ ਮਤਲਬ ਜਿਹੜੇ ਚੇਂਜ ਆਏ ਨੇ ਉਹਦੇ ਅਕੋਰਡਿੰਗਲੀ ਆਪਣੇ ਜਿਹੜੇ ਕੰਮਕਾਜ ਕਰਦੀ ਹੈ, ਠੀਕ ਹੈ। ਬਟ ਇਟ ਇਜ਼ ਡਿਫਿਕਲਟ ਟੂ ਚੇਂਜ ਦਾ ਪਲਾਨ ਪ੍ਰਪੇਅਰ ਅਰਲੀਅਰ। ਪਰ ਕਹਿੰਦੇ ਨੇ ਕਿ ਪਰ ਪਹਿਲਾਂ ਤੋਂ ਤਿਆਰ ਕੀਤਾ ਗਿਆ ਜਿਹੜਾ ਪਲੈਨਿੰਗ ਹੈ ਉਹਨੂੰ ਬਦਲਣਾ ਮੁਸ਼ਕਲ ਹੈ, ਠੀਕ ਹੈ। Therefore planning is not used in dynamic environmental। ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਜਿਹੜੇ ਪਲੈਨਿੰਗ ਹੈ ਉਹ ਡਾਇਨਾਮਿਕ ਜਿਹੜਾ ਇਨਵਾਇਰਮੈਂਟ ਹੈ ਉਹਦੇ ਵਾਸਤੇ ਯੂਜ਼ਫੁਲ ਨਹੀਂ ਹੈ, ਠੀਕ ਹੈ। ਨੰਬਰ 5 ਨੋਟ ਯੂਜ਼ ਇਨ ਐਮਰਜੈਂਸੀ। ਹੁਣ ਐਮਰਜੈਂਸੀ ਇਹਦੇ ਵਾਸਤੇ ਪਲੈਨਿੰਗ ਯੂਜ਼ਫੁਲ ਨਹੀਂ ਹੈ। ਜਿਹੜੀ ਪਲੈਨਿੰਗ ਹੈ ਉਹਨੂੰ ਅਸੀਂ ਐਮਰਜੈਂਸੀ ਵਿੱਚ ਯੂਜ਼ ਨਹੀਂ ਕਰ ਸਕਦੇ, ਠੀਕ ਹੈ। ਕਿਸ ਤਰ੍ਹਾਂ ਨਹੀਂ ਕਰ ਸਕਦੇ, ਮੰਨ ਲਓ ਕਿ ਅਸੀਂ ਸਾਡਾ ਜਿਹੜੀ ਬਹੁਤ ਵੱਡੀ ਫੈਕਟਰੀ ਹੈ, ਠੀਕ ਹੈ, ਉਹਦੇ 'ਚ ਅਚਾਨਕ ਜਿਹੜੀ ਅੱਗ ਲੱਗ ਗਈ ਹੈ, ਠੀਕ ਹੈ, ਤੇ ਇਹ ਚੀਜ਼ ਸਾਡੇ ਪਲੈਨਿੰਗ ਦੇ ਵਿੱਚ ਹੈ ਹੀ ਨਹੀਂ ਕਿ ਸਾਡੀ ਫੈਕਟਰੀ ਨੂੰ ਅੱਗ ਲੱਗੇਗੀ ਤੇ ਅਸੀਂ ਆਹ ਕਰਾਂਗੇ ਤੇ ਅਸੀਂ ਆਹ ਕਰਾਂਗੇ ਤੇ ਅਸੀਂ ਆਹ ਕਰਾਂਗੇ, ਠੀਕ ਹੈ। ਇਸ ਕਰਕੇ ਜਿਹੜੀ ਪਲੈਨਿੰਗ ਹੈ ਉਹ ਐਮਰਜੈਂਸੀ ਵਾਸਤੇ ਯੂਜ਼ਫੁਲ ਨਹੀਂ ਹੈ, ਠੀਕ ਹੈ। ਇਹ ਪ੍ਰੀ ਪਲਾਨ ਟੂ ਫੇਸ ਐਨੀ ਐਮਰਜੈਂਸੀ ਇਜ਼ ਆਫ ਨੋ ਯੂਜ਼। ਕਹਿੰਦੇ ਕਿ ਜਿਹੜਾ ਪਹਿਲਾਂ ਪਲੈਨਿੰਗ ਬਣਾ ਲੈਂਦੇ ਹਾਂ ਉਹ ਕਿਸੇ ਵੀ ਐਮਰਜੈਂਸੀ ਵਾਸਤੇ ਯੂਜ਼ਫੁਲ ਨਹੀਂ ਹੁੰਦੀ। ਕਿਉਂ ਨਹੀਂ ਹੁੰਦੀ? ਬਿਕੋਜ਼ ਇਨ ਦਾ ਈਵੈਂਟ ਆਫ ਐਨ ਐਮਰਜੈਂਸੀ, ਕਹਿੰਦੇ ਕਿ ਜਦੋਂ ਵੀ ਕੋਈ ਐਮਰਜੈਂਸੀ ਆ ਜਾਂਦੀ ਹੈ ਇਮੀਡੀਏਟ ਐਂਡ ਐਪਰੋਪਰੀਏਟ ਡਿਸੀਜਨ ਮੇਕਿੰਗ ਇਜ਼ ਰਿਕਵਾਇਰਡ। ਕਿਉਂਕਿ ਉਸ ਪੋਜੀਸ਼ਨ ਦੇ ਵਾਸਤੇ ਸਾਨੂੰ ਅਚਾਨਕ ਤੇ ਤੁਰੰਤ ਤੇ ਕੋਈ ਢੁਕਵਾਂ ਡਿਸੀਜਨ ਲੈਣਾ ਪੈਂਦਾ। ਜਿਸ ਤਰ੍ਹਾਂ ਕਿ ਅਸੀਂ ਐਗਜ਼ਾਮਪਲ ਦਿੱਤੀ, ਮੰਨ ਲਓ ਕਿ ਸਾਡੀ ਫੈਕਟਰੀ ਵਿੱਚ ਅੱਗ ਲੱਗ ਗਈ ਹੈ ਤੇ ਹੁਣ ਸਾਡੇ ਅੱਗ ਲੱਗਣਾ ਸਾਡੀ ਪਲੈਨਿੰਗ ਦੇ ਵਿੱਚ ਨਹੀਂ ਹੈ, ਹੁਣ ਅਸੀਂ ਐਮਰਜੈਂਸੀ ਕੋਈ ਡਿਸੀਜਨ ਲਵਾਂਗੇ। ਸੱਚ ਇਸ ਸਿਚੁਏਸ਼ਨ ਦੇਅਰ ਇਜ਼ ਨੋ ਬੈਨੀਫਿਟ ਇਨ ਦਾ ਪਲੈਨਿੰਗ ਪ੍ਰੋਸੈਸ। ਕਹਿੰਦੇ ਕਿ ਐਮਰਜੈਂਸੀ ਇੱਕ ਇਹੋ ਜਿਹਾ ਮਤਲਬ ਸਿਚੁਏਸ਼ਨ ਹੈ ਜਿਹਦੇ ਵਿੱਚ ਪਲੈਨਿੰਗ ਦੇ ਜਿਹੜਾ ਕੋਈ ਬੈਨੀਫਿਟ ਨਹੀਂ ਹੁੰਦਾ। ਦਿਸ ਇਜ਼ ਆਲਸੋ ਏ ਲਿਮਿਟੇਸ਼ਨ ਆਫ ਪਲੈਨਿੰਗ, ਤੇ ਇਹ ਵੀ ਪਲੈਨਿੰਗ ਦੀ ਲਿਮਿਟੇਸ਼ਨ ਹੈ, ਠੀਕ ਹੈ। ਨੰਬਰ 6 ਰੈਸਿਸਟੈਂਸ ਟੂ ਚੇਂਜ। ਹੁਣ ਰੈਸਿਸਟੈਂਸ ਮਤਲਬ ਕਿਸੇ ਚੀਜ਼ ਦਾ ਵਿਰੋਧ ਕਰਨਾ, ਟੂ ਚੇਂਜ। ਹੁਣ ਜਿਹੜੀ ਪਲੈਨਿੰਗ ਹੈ ਇਹ ਕੀ ਹੈ ਕਿ ਅਸੀਂ ਪਲੈਨਿੰਗ ਦੇ ਨਾਲ ਬਹੁਤ ਕੁਝ ਅਸੀਂ ਨਵੀਆਂ ਚੀਜ਼ਾਂ ਸਿੱਖਦੇ ਹਾਂ, ਠੀਕ ਹੈ। ਨਵਾਂ ਸਾਡੇ ਕੋਲ ਤਕਨੀਕ ਆ ਜਾਂਦੀ ਹੈ, ਅਸੀਂ ਨਵੀਂ ਪ੍ਰੈਕਟਿਸ ਕਰਦੇ ਹਾਂ, ਨਵੀਆਂ ਚੀਜ਼ਾਂ ਦੀ ਪ੍ਰੈਕਟਿਸ ਕਰਦੇ ਹਾਂ ਪਲੈਨਿੰਗ ਦੇ ਹਿਸਾਬ ਨਾਲ। ਤੇ ਕੁਝ ਜਿਹੜੇ ਇਨਸਾਨ ਆ ਉਹ ਇਸ ਚੇਂਜ ਦਾ ਵਿਰੋਧ ਕਰਦੇ ਨੇ ਕਿਉਂਕਿ ਉਹਨਾਂ ਨੂੰ ਨਵੇਂ ਮੈਥਡ ਤੇ ਨਵੀਂ ਟੈਕਨੋਲੋਜੀ ਦਾ ਪਤਾ ਨਹੀਂ ਲੱਗਦਾ। ਇਸ ਕਰਕੇ ਜਿਹੜੀ ਪਲੈਨਿੰਗ ਹੈ ਉਹ ਵਿਰੋਧ ਨੂੰ ਪੈਦਾ ਕਰਦੀ ਹੈ। ਪਲੈਨਿੰਗ ਇਨਕਰੇਜ ਅਡਾਪਸ਼ਨ ਆਫ ਨਿਊ ਥਿੰਕਿੰਗ, ਨਿਊ ਟੈਕਨੋਲੋਜੀ ਐਂਡ ਬੈਸਟ ਪ੍ਰੈਕਟਿਸ। ਹੁਣ ਜਿਹੜੀ ਪਲੈਨਿੰਗ ਹੈ ਇੱਕ ਨਵੀਂ ਸੋਚ ਨੂੰ, ਨਵੀਂ ਤਕਨੀਕ ਨੂੰ ਤੇ ਬੈਸਟ ਪ੍ਰੈਕਟਿਸ ਨੂੰ ਕੀ ਕਰਦੀ ਹੈ? ਇਨਕਰੇਜ ਕਰਦੀ ਹੈ। Employees working in an organization always resist new change to understand new technology and new practice। ਹੁਣ ਜਿਹੜੇ EMPLOYE ਵਰਕ ਕਰ ਰਹੇ ਨੇ ਆਰਗੇਨਾਈਜੇਸ਼ਨ ਵਿੱਚ ਉਹ ਹਮੇਸ਼ਾ ਚੇਂਜ ਦਾ ਵਿਰੋਧ ਕਰਦੇ ਨੇ ਕਿਉਂਕਿ ਉਹਨਾਂ ਨੂੰ ਨਵੀਂ ਟੈਕਨੋਲੋਜੀ ਦਾ ਤੇ ਨਿਊ ਪ੍ਰੈਕਟਿਸ ਦਾ ਪਤਾ ਨਹੀਂ ਲੱਗਦਾ। ਦਿਸ ਕ੍ਰੀਏਟ ਮੈਨੀ ਡਿਫੀਕਲਟੀ ਇਨ ਦਾ ਵੇ ਆਫ ਪਲੈਨਿੰਗ। ਤੇ ਸਾਰੀਆਂ ਚੀਜ਼ਾਂ ਪਲੈਨਿੰਗ ਦੇ ਵਿੱਚ ਬਹੁਤ ਵੱਡੀ ਡਿਫੀਕਲਟੀ ਪੈਦਾ ਕਰ ਦਿੰਦੀ ਆ। ਨੰਬਰ 7 ਨੀਡ ਫॉर ਐਕਸਪਰਟ।
ਕਹਿੰਦੇ ਨੇ ਕਿ ਜਿਹੜੀ ਪਲੈਨਿੰਗ ਹੈ ਇੱਕ ਬਹੁਤ ਹੀ ਗੁੰਝਲਦਾਰ ਪ੍ਰੋਸੈਸ ਹੈ ਜਿਹਦੇ ਵਿੱਚ ਕਾਫੀ ਜ਼ਿਆਦਾ ਐਕਸਪਰਟ ਦੀ ਲੋੜ ਪੈਂਦੀ ਹੈ, ਕਿਉਂਕਿ ਇੱਕ ਪਰਸਨ ਦੀ ਥਿੰਕਿੰਗ ਦੇ ਨਾਲ ਜਾਂ ਇੱਕ ਪਰਸਨ ਦੀ ਪਲੈਨਿੰਗ ਦੇ ਨਾਲ ਪੂਰੀ ਆਰਗੇਨਾਈਜੇਸ਼ਨ ਨੂੰ ਨਹੀਂ ਚਲਾਇਆ ਜਾਂਦਾ। ਇਹਦੇ ਵਿੱਚ ਹੈਲਪ ਲੈਣੀ ਪੈਂਦੀ ਹੈ, ਜਿਹਨੂੰ ਅਸੀਂ ਪੜਾਂਗੇ ਪਲੈਨਿੰਗ ਇਜ਼ ਏ ਕੰਪਲੈਕਸ ਪ੍ਰੋਸੈਸ। ਕਹਿੰਦੇ ਕਿ ਪਲੈਨਿੰਗ ਜਿਹੜਾ ਇੱਕ ਬਹੁਤ ਹੀ ਗੁੰਝਲਦਾਰ ਪ੍ਰੋਸੈਸ ਹੈ। ਇਟ ਰਿਕੁਆਇਰ ਡਾਟਾ ਕਲੈਕਸ਼ਨ, ਇਹਦੇ ਵਾਸਤੇ ਸਾਨੂੰ ਡਾਟਾ ਕਲੈਕਟ ਕਰਨਾ ਪੈਂਦਾ ਹੈ, ਡਾਟਾ ਐਨਾਲਾਈਸਿਸ, ਤੇ ਇਸ ਜਿਹੜਾ ਉਸ ਡਾਟੇ ਨੂੰ ਜਾਂਚਣਾ ਪੈਂਦਾ ਹੈ। ਦੇਅਰ ਆਰ ਵੇਰੀਅਸ ਮੈਥਡ ਐਂਡ ਟੈਕਨੀਕ ਟੂ ਐਨਾਲਾਈਸਿਸ ਦਾ ਡਾਟਾ। ਹੁਣ ਬਹੁਤ ਸਾਰੀਆਂ ਮੈਥਡ ਵੀ ਹੈਗੇ ਨੇ ਇੱਕ ਚੀਜ਼ ਨੂੰ ਐਨਾਲਾਈਜ਼ ਕਰਨ ਦਾ, ਠੀਕ ਹੈ, ਤੇ ਟੈਕਨੀਕ ਵੀ ਹੈਗੀਆਂ। ਐਕਸਪਰਟ ਆਰ ਨੀਡਡ ਟੂ ਸਿਲੈਕਟ ਦਾ ਐਪਰੋਪਰੀਏਟ ਮੈਥਡ ਐਂਡ ਟੈਕਨੀਕ ਐਜ਼ ਪਰ ਦਾ ਰਿਕੁਆਇਰਮੈਂਟ। ਹੁਣ ਸਾਨੂੰ ਐਕਸਪਰਟ ਦੀ ਜ਼ਰੂਰਤ ਪਏਗੀ, ਠੀਕ ਹੈ, ਕਿਉਂਕਿ ਸਾਡੇ ਕੋਲ ਬਹੁਤ ਸਾਰੀਆਂ ਟੈਕਨੀਕ ਹੈਗੀਆਂ, ਬਹੁਤ ਸਾਰੇ ਮੈਥਡ ਹੈਗੇ ਕਿ ਜਿਹੜੀ ਸਾਡੇ ਪਲੈਨਿੰਗ ਦੇ ਅਕੋਰਡਿੰਗਲੀ ਸਾਨੂੰ ਕਿਹੜਾ ਮੈਥਡ ਚਾਹੀਦਾ ਤੇ ਕਿਹੜੀ ਤਕਨੀਕ ਸਾਨੂੰ ਚੂਜ਼ ਕਰਨੀ ਚਾਹੀਦੀ ਹੈ। Therefore it is difficult to prepare the plan without an expert। ਕਹਿੰਦੇ ਇਸ ਕਰਕੇ ਜਿਹੜੀ ਪਲੈਨਿੰਗ ਆ ਉਹਨੂੰ ਬਿਨਾਂ ਐਕਸਪਰਟ ਤੋਂ ਅਸੀਂ ਰੈਡੀ ਨਹੀਂ ਕਰ ਸਕਦੇ, ਠੀਕ ਹੈ ਬੇਟਾ। ਨੈਕਸਟ ਹੈ ਨੋਟ ਸੂਟੇਬਲ ਫॉर ਸਮਾਲ ਆਰਗੇਨਾਈਜੇਸ਼ਨ। ਹੁਣ ਜਿਹੜੀ ਪਲੈਨਿੰਗ ਹੈ ਇਹਦੇ ਵਾਸਤੇ ਬਹੁਤ ਜ਼ਿਆਦਾ ਡਾਟਾ ਕਲੈਕਟ ਕਰਨਾ ਪੈਂਦਾ, ਫਿਰ ਇਹਦੇ ਵਾਸਤੇ ਡਾਟਾ ਦਾ ਵਿਸ਼ਲੇਸ਼ਣ ਕਰਨਾ ਪੈਂਦਾ, ਠੀਕ ਹੈ। ਬਹੁਤ ਸਾਰੇ ਮੈਥਡ ਹੁੰਦੇ ਨੇ, ਬਹੁਤ ਸਾਰੀ ਟੈਕਨੀਕ ਹੁੰਦੀਆਂ ਨੇ, ਜਿਨ੍ਹਾਂ ਵਿੱਚ ਇੱਕ ਪਰਫੈਕਟ ਮੈਥਡ, ਪਰਫੈਕਟ ਟੈਕਨੀਕ ਜਿਹੜੀ ਪਰਫੈਕਟ ਜਿਹੜਾ ਐਕਸਪਰਟ ਚਾਹੀਦਾ, ਠੀਕ ਹੈ। ਤੇ ਜਿਹੜੀ ਸਮਾਲ ਆਰਗੇਨਾਈਜੇਸ਼ਨ ਹੈ, ਠੀਕ ਹੈ, ਉਹਨਾਂ ਦੇ ਕੋਲ ਨਾ ਤਾਂ ਇੰਨਾ ਪੈਸਾ ਹੈ, ਠੀਕ ਹੈ, ਨਾ ਸਮਾਂ ਹੁੰਦਾ ਤੇ ਨਾ ਹੀ ਇੰਨੀ ਮਨੀ ਹੁੰਦੀ ਹੈ ਕਿ ਉਹ ਵੱਡੇ ਵੱਡੇ ਐਕਸਪਰਟ ਨੂੰ ਬੁਲਾ ਕੇ ਤੇ ਉਹਨਾਂ ਦੇ ਅਕੋਰਡਿੰਗਲੀ ਕੰਮ ਕਰ ਸਕਣ, ਠੀਕ ਹੈ। ਇਸ ਕਰਕੇ ਜਿਹੜੀ ਪਲੈਨਿੰਗ ਹੈ ਉਹ ਸਮਾਲ ਆਰਗੇਨਾਈਜੇਸ਼ਨ ਲਈ ਸੂਟੇਬਲ ਨਹੀਂ ਹੈ, ਠੀਕ ਹੈ। ਸਮਾਲ ਆਰਗੇਨਾਈਜੇਸ਼ਨ ਲੈਕ ਦਾ ਟਾਈਮ, ਰਿਸੋਰਸ ਐਂਡ ਐਕਸਪਰਟ ਰਿਕਵਾਇਰਡ ਟੂ ਪਲਾਨ। ਕਹਿੰਦੇ ਨੇ ਕਿ ਜਿਹੜੀ ਸਮਾਲ ਆਰਗੇਨਾਈਜੇਸ਼ਨ ਹੈ ਇੱਕ ਤਾਂ ਉਹਨਾਂ ਕੋਲ ਟਾਈਮ ਦੀ ਵੀ ਕਮੀ ਹੁੰਦੀ ਹੈ, ਰਿਸੋਰਸ ਵੀ ਨਹੀਂ ਹੈਗੇ ਤੇ ਐਕਸਪਰਟ ਵੀ ਨਹੀਂ ਹੁੰਦੇ, ਠੀਕ ਹੈ। ਇਨ ਏ ਸਮਾਲ ਆਰਗੇਨਾਈਜੇਸ਼ਨ ਇਟ ਇਜ਼ ਇੰਪੋਸੀਬਲ ਟੂ ਐਲੋਕੇਟ ਸੈਪਰੇਟ ਟਾਸਕ ਫॉर ਈਚ ਡਿਪਾਰਟਮੈਂਟ ਵਿਚ ਆਰ ਕੰਸੀਡਰਡ ਨੈਸੈਸਰੀ ਫॉर ਪਲੈਨਿੰਗ। ਇਸ ਕਰਕੇ ਕੀ ਹੈ, ਇਸ ਕਰਕੇ ਜਿਹੜੀ ਛੋਟੀ ਆਰਗੇਨਾਈਜੇਸ਼ਨ ਹੈ ਉਹਦੇ ਵਿੱਚ ਹਰੇਕ ਡਿਪਾਰਟਮੈਂਟ ਵਿੱਚ ਵੱਖਰੇ ਵੱਖਰੇ ਕੰਮਾਂ ਨੂੰ ਨਿਰਧਾਰਿਤ ਕਰਨਾ ਬਹੁਤ ਹੀ ਅਸੰਭਵ ਗੱਲ ਹੈ, ਜੋ ਕਿ ਪਲੈਨਿੰਗ ਵਾਸਤੇ ਬਹੁਤ ਹੀ ਜ਼ਰੂਰੀ ਸਮਝਿਆ ਜਾਂਦਾ ਹੈ, ਠੀਕ ਹੈ। ਡਿਊ ਟੂ ਦੇਅਰ ਡੈਫੀਸ਼ੀਐਂਸੀ ਇਟ ਇਜ਼ ਨਾਟ ਪੋਸੀਬਲ ਟੂ ਅਡੋਪਟ ਪਲੈਨਿੰਗ ਸਕਸੈਸਫੁਲੀ ਇਨ ਸਮਾਲ ਆਰਗੇਨਾਈਜੇਸ਼ਨ। ਕਹਿੰਦੇ ਕਿ ਇਸ ਦੀ ਕਮੀ ਦੇ ਕਰਕੇ ਛੋਟੀ ਆਰਗੇਨਾਈਜੇਸ਼ਨ ਆ ਉਹਦੇ ਵਿੱਚ ਪਲੈਨਿੰਗ ਜਿਹੜੀ ਸਕਸੈਸਫੁਲ ਨਹੀਂ ਹੋ ਸਕਦੀ। ਦਿਸ ਇਜ਼ ਆਲਸੋ ਏ ਲਿਮਿਟੇਸ਼ਨ ਆਫ ਪਲੈਨਿੰਗ, ਤੇ ਇਹ ਵੀ ਇੱਕ ਲਿਮਿਟੇਸ਼ਨ ਹੈਗੀ ਹੈ ਪਲੈਨਿੰਗ ਦੀ, ਠੀਕ ਹੈ ਬੇਟਾ। ਹੁਣ ਹੈਗਾ 9 ਨੰਬਰ ਤੇ ਲੈਕ ਆਫ ਫਲੈਕਸੀਬਿਲਿਟੀ। ਹੁਣ ਜਿਹੜੀ ਪਲੈਨਿੰਗ ਕਰਦੇ ਆ ਉਹਦੇ ਵਿੱਚ ਫਲੈਕਸੀਬਿਲਿਟੀ ਨਹੀਂ ਹੁੰਦੀ, ਠੀਕ ਹੈ। ਇਫ ਏ ਪਲਾਨ ਇਜ਼ ਮੇਡ ਐਟ ਦਾ ਸਟਾਰਟ ਆਫ ਐਨੀ ਆਰਗੇਨਾਈਜੇਸ਼ਨ ਦੈਨ ਇਟ ਬਿਕਮ ਡਿਫਿਕਲਟ ਟੂ ਚੇਂਜ ਦੈਟ ਪਲਾਨ ਵੈਨ ਨੈਸੈਸਰੀ। ਕਹਿੰਦੇ ਕਿ ਜਦੋਂ ਵੀ ਅਸੀਂ ਕੋਈ ਆਰਗੇਨਾਈਜੇਸ਼ਨ ਦੀ ਸ਼ੁਰੂਆਤ ਕਰਦੇ ਆ ਤਾਂ ਲੋੜ ਪੈਣ ਤੇ ਅਸੀਂ ਆਪਣੀ ਪਲੈਨਿੰਗ ਨੂੰ ਚੇਂਜ ਨਹੀਂ ਕਰ ਸਕਦੇ, ਕਿਉਂਕਿ ਅਸੀਂ ਆਪਣਾ ਬਿਜ਼ਨਸ ਸਟਾਰਟ ਕਰਨ ਤੋਂ ਪਹਿਲਾਂ ਹੀ ਪਲੈਨਿੰਗ ਬਣਾ ਲਈ ਹੈ। ਇਸ ਕਰਕੇ ਜੋ ਸਾਨੂੰ ਨੀਡ ਪੜੀ ਹੈ ਤਾਂ ਉਹਦੇ ਹਿਸਾਬ ਨਾਲ ਹੀ ਇਹਦੇ ਵਿੱਚ ਕੋਈ ਫਲੈਕਸੀਬਿਲਿਟੀ ਨਹੀਂ ਕਰ ਸਕਦੇ। When organization adopt new method and technique to achieve their objective, ਕਹਿੰਦੇ ਨੇ ਕਿ ਆਪਣੇ ਆਬਜੈਕਟਿਵ ਨੂੰ ਅਚੀਵ ਕਰਨ ਦਾ ਵਾਸਤੇ ਕੋਈ ਮੈਥਡ ਤੇ ਨਵੀਂ ਤਕਨੀਕ ਨੂੰ ਅਪਣਾਉਂਦੇ ਨੇ। The work also change but due to lack of flexibility in planning the planning is not successful। ਜਦੋਂ ਫਿਰ ਕਹਿੰਦੇ ਨੇ ਕਿ ਜਦੋਂ ਕੋਈ ਆਰਗੇਨਾਈਜੇਸ਼ਨ ਆਪਣੇ ਮੋਟਿਵ ਨੂੰ ਪ੍ਰਾਪਤ ਕਰਨ ਵਾਸਤੇ ਕਿਸੇ ਵੀ ਨਵੀਂ ਤਕਨੀਕ ਜਾਂ ਨਵੇਂ ਮੈਥਡ ਨੂੰ ਮਤਲਬ ਅਪਣਾਉਂਦੀ ਹੈ ਤਾਂ ਉਹਦੇ ਨਾਲ ਉਹਦਾ ਕੰਮਕਾਜ ਦਾ ਤਰੀਕਾ ਵੀ ਬਦਲ ਜਾਂਦਾ ਹੈ, ਕਿਉਂਕਿ ਉਹਨਾਂ ਨੇ ਕੰਮ ਹੁਣ ਨਵੀਂ ਤਕਨੀਕ ਦੇ ਅਕੋਰਡਿੰਗਲੀ ਕਰਨਾ ਹੈ, ਠੀਕ ਹੈ। ਇਸ ਕਰਕੇ ਜਿਹੜੀ ਪਲੈਨਿੰਗ ਹੈ ਉਹਦੇ ਵਿੱਚ ਜਿਹੜਾ ਫਲੈਕਸੀਬਿਲਿਟੀ ਨਹੀਂ ਹੁੰਦੀ, ਠੀਕ ਹੈ। ਇਹ ਫਲੈਕਸੀਬਿਲਿਟੀ ਦੀ ਘਾਟ ਕਰਕੇ ਸਾਡੀ ਜਿਹੜੀ ਪਲੈਨਿੰਗ ਹੈ ਉਹ ਸਕਸੈਸਫੁਲ ਨਹੀਂ ਹੁੰਦੀ, ਠੀਕ ਹੈ ਬੇਟਾ। ਨੰਬਰ 10 ਇੰਪਲੀਮੈਂਸ਼ਨ ਪ੍ਰੋਬਲਮਸ। ਹੁਣ ਕਹਿੰਦੇ ਨੇ ਕਿ ਜਿਹੜਾ ਅਸੀਂ ਪਲੈਨਿੰਗ ਕੀਤੀ ਹੈ ਉਹਨੂੰ ਅਸੀਂ ਇੰਪਲੀਮੈਂਟ ਕਰਨਾ ਤੇ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਸਾਨੂੰ ਪ੍ਰੋਬਲਮਸ ਆਉਂਦੀਆਂ ਨੇ, ਠੀਕ ਹੈ। ਪੜਾਂਗੇ It is not possible for any organization to make a proper plan and implement it। ਕਹਿੰਦੇ ਕਿ ਕਿਸੇ ਵੀ ਸੰਸਥਾ ਲਈ ਇਹ ਬਹੁਤ ਹੀ ਜ਼ਿਆਦਾ ਮੁਸ਼ਕਲ ਕੰਮ ਹੈ ਕਿ ਇੱਕ ਪ੍ਰੋਪਰ ਪਲਾਨ ਬਣਾਉਣਾ ਤੇ ਫਿਰ ਉਹਨੂੰ ਇੰਪਲੀਮੈਂਟ ਕਰਨਾ। Nor can any guarantee of the success of the plan be given। ਫਿਰ ਇਸ ਚੀਜ਼ ਦੀ ਵੀ ਸਾਡੇ ਕੋਲ ਕੋਈ
ਗਰੰਟੀ ਨਹੀਂ ਹੁੰਦੀ ਕਿ ਜਿਹੜਾ ਅਸੀਂ ਪਲਾਨ ਬਣਾਇਆ, ਜਿਹੜੀ ਇਹ ਪਲੈਨਿੰਗ ਕੀਤੀ ਹੈ ਉਹ ਵੀ ਸਕਸੈਸਫੁਲ ਹੋਏਗੀ ਕਿ ਨਹੀਂ। ਠੀਕ ਹੈ, ਈਵਨ ਥੋ ਦਾ ਪਲੈਨਸ ਆਰ ਮੇਡ ਵੈਰੀ ਵਾਈਸਲੀ, ਭਾਵੇਂ ਜਿਹੜਾ ਪਲਾਨ ਹੈ ਬਹੁਤ ਹੀ ਚੰਗੇ ਤਰੀਕੇ ਨਾਲ ਬਣਾਇਆ ਜਾਏ, ਦੇ ਸਟਿਲ ਫਾਲ, ਤੇ ਉਹ ਵੀ ਕਦੀ ਕਦੀ ਜਿਹੜਾ ਮਤਲਬ ਨਾਕਾਮਯਾਬ ਹੋ ਜਾਂਦਾ, ਅਸਫਲ ਹੋ ਜਾਂਦਾ ਹੈ। ਫੋਰ ਐਗਜ਼ਾਮਪਲ ਮੈਨੀ ਪਲਾਨਸ ਆਰ ਮੇਡ ਟੂ ਇਰੈਡੀਕੇਟ ਪੋਵਰਟੀ ਇਨ ਇੰਡੀਆ, ਕਿਉਂਕਿ ਇੰਡੀਆ ਦੇ ਵਿੱਚ ਗਰੀਬੀ ਖਤਮ ਕਰਨ ਦੇ ਵਾਸਤੇ ਬਹੁਤ ਹੀ ਜ਼ਿਆਦਾ ਪਲਾਨ ਬਣਾਏ ਗਏ ਸੀ, but poverty is still not eradicated from India because the plan are not being implemented successfully। ਕਹਿੰਦੇ ਕਿ ਭਾਰਤ ਵਿੱਚ ਗਰੀਬੀ ਫੇਰ ਵੀ ਮੌਜੂਦ ਹੈ ਕਿਉਂਕਿ ਜਿਹੜਾ ਪਲਾਨ ਹੈ ਉਹ ਅੱਛੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ, ਲਾਗੂ ਕਰਨ ਵਿੱਚ ਉਹਨੂੰ ਸਫਲਤਾ ਨਹੀਂ ਮਿਲੀ। ਠੀਕ ਹੈ, ਹੁਣ ਕਨਕਲੂਜਨ ਵਿੱਚ ਕੀ ਕਵਾਂਗੇ। ਕਨਕਲੂਜਨ, in short we can say that planning is not meaningless। ਕਹਿੰਦੇ ਕਿ ਸ਼ੋਰਟ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਪਲੈਨਿੰਗ ਹੈ ਮੀਨਿੰਗਲੈਸ ਨਹੀਂ ਹੈ, ਬਿਕੋਜ਼ ਇਟ ਇਜ਼ ਐਨ ਇੰਪੋਰਟੈਂਟ ਟੂਲ ਟੂ ਅਚੀਵ ਦ ਆਬਜੈਕਟਿਵ ਆਫ ਦ ਆਰਗੇਨਾਈਜੇਸ਼ਨ, ਕਿਉਂਕਿ ਇਸ ਇੰਪੋਰਟੈਂਟ ਟੂਲ ਹੈ ਜਿਹਦੇ ਨਾਲ ਅਸੀਂ ਆਪਣੀ ਆਰਗੇਨਾਈਜੇਸ਼ਨ ਦੇ ਆਬਜੈਕਟ ਨੂੰ ਅਚੀਵ ਕਰ ਸਕਦੇ ਹਾਂ। ਆਲਥੋ ਇਟ ਡਜ਼ ਨੋਟ ਸੋਲਵ ਆਲ ਦ ਪ੍ਰੋਬਲਮਸ ਆਫ ਦ ਆਰਗੇਨਾਈਜੇਸ਼ਨ, ਪਰ ਭਾਵੇਂ ਪਲੈਨਿੰਗ ਦੇ ਨਾਲ ਅਸੀਂ ਆਪਣੀ ਆਰਗੇਨਾਈਜੇਸ਼ਨ ਦੀ ਹਰ ਇੱਕ ਪ੍ਰੋਬਲਮ ਨੂੰ ਸੋਲਵ ਨਹੀਂ ਕਰ ਸਕਦੇ, ਸਟਿਲ ਗੁੱਡ ਐਂਡ ਐਪਰੋਪ੍ਰੀਏਟ ਪਲੈਨਿੰਗ ਪਲੇ ਐਨ ਇੰਪੋਰਟੈਂਟ ਰੋਲ in the achieving the objective of the organization। ਫਿਰ ਵੀ ਗੁੱਡ ਤੇ ਐਪਰੋਪ੍ਰੀਏਟ ਪਲੈਨਿੰਗ ਹੈ ਉਹਦੇ ਦੁਆਰਾ ਅਸੀਂ ਆਪਣੀ ਆਰਗੇਨਾਈਜੇਸ਼ਨ ਦੇ ਗੋਲ ਨੂੰ ਪ੍ਰਾਪਤ ਕਰ ਸਕਦੇ ਹਾਂ। ਠੀਕ ਹੈ ਬੇਟਾ, ਇਸ ਤਰ੍ਹਾਂ ਸਾਡੇ ਜਿਹੜੇ ਲਿਮਿਟੇਸ਼ਨ ਆ ਉਹ ਕੰਪਲੀਟ ਹੋ ਗਏ ਨੇ, ਤੇ ਤੁਸੀਂ ਇਹਨਾਂ ਨੂੰ ਅੱਛੀ ਤਰ੍ਹਾਂ ਕਰ ਲੈਣਾ। ਨੈਕਸਟ ਵੀਡੀਓ ਵਿੱਚ ਅਸੀਂ ਅਗਲਾ ਟੌਪਿਕ ਲਾਵਾਂਗੇ, ਤਦ ਤੱਕ ਤੁਸੀਂ ਇਹਨਾਂ ਨੂੰ ਧਿਆਨ ਨਾਲ ਪੜ੍ਹ ਲਓ। ਮਿਲਦੇ ਆ ਨੈਕਸਟ ਵੀਡੀਓ 'ਚ, ਟੇਕ ਕੇਅਰ।